ਅੱਜ ਕਿਸਾਨਾਂ ਨੇ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾਂ ਮਹਿੰਗਾਈ ਦਾ ਸਾਡੀਆਂ ਜ਼ਮੀਨਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਅਸੀਂ ਆਮ ਪਬਲਿਕਲੀ ਕੀਤਾ। ਗੌਰਮੈਂਟ ਲਗਾਤਾਰ ਮਹਿੰਗਾਈ ਦਾ ਦੌਰ ਵਧਾਈ ਜਾ ਰਹੀ ਹੈ। ਪਿਛਲੀ ਗੌਰਮੈਂਟ 'ਚ ਤੁਸੀਂ ਲਾ ਕੇ ਚਲੋ 55 ਰੁਪਏ ਦਾ 56 ਨੂੰ ਡੀਜ਼ਲ ਛੱਡ ਕੇ ਗਏ ਸੀ ਤੇ ਉਹ ਅੱਜ 92-93 ਰੁਪਏ ਹੋ ਗਿਆ, ਪੈਟਰੋਲ 104-5 ਹੋ ਗਿਆ ਤੇ ਉਹ ਸਾਡੀਆਂ ਜੇਬਾਂ 'ਤੇ ਅਸਰ ਪੈਂਦਾ। ਪਿੰਡਾਂ ਦੇ ਲੋਕਾਂ ਅਸੀਂ ਕਿਹੜਾ ਟੈਕਸ ਭਰਦੇ ਹਾਂ, ਅਸੀਂ ਟੈਕਸ ਭਰਦੇ ਨਹੀਂ, ਗੌਰਮੈਂਟ ਤਾਂ ਵੀ ਸਾਡੇ ਤੋਂ ਟੈਕਸ ਲੈ ਜਾਂਦੀ ਹੈ ਕਿਉਂਕਿ 32 ਰੁਪਏ ਲੀਟਰ ਪੈਟਰੋਲ ਪੈਂਦਾ ਤੇ ਉਹਦੇ ਉੱਤੇ ਜਿਹੜਾ 104 ਹੈ ਉਹ ਟੈਕਸ ਹੀ ਹੈ ਸਾਰਾ। ਕਿਸੇ ਸਟੇਟ ਦਾ ਬੈਠਾ, ਕਿਸੇ ਸੈਂਟਰ ਦਾ ਟੈਕਸ ਹੈ, ਉਹ ਸਾਡੀਆਂ ਜੇਬਾਂ 'ਚੋਂ ਜਾਂਦਾ ਹੈ। ਹੈ ਉਹਦਾ ਇੱਕ ਸਿੱਧਾ ਪੈਟਰਨ ਹੈ ਕਿ ਜਿੰਨੇ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣਗੇ ਉਨੀ ਸਾਡੀ ਜਿਹੜੀ ਵੋਟ ਬੈਂਕ ਹੈ ਉਹ ਵੱਧ ਸਕੂਗੀ, ਕਿਉਂਕਿ ਜਦੋਂ ਲੜਾਈ ਹੀ ਸਿਰਫ ਰੋਟੀ ਦੀ ਰਹਿ ਗਈ ਤਾਂ ਬਾਕੀ ਦਾ ਮਸਲਾ ਹੀ ਛੱਡ ਦਿਓ। ਇਹ ਪਲਾਨ ਕਰ ਰਹੀਆਂ ਨੇ, ਮਹਿੰਗਾਈ ਦਿਨੋਂ ਦਿਨ ਵਧਾ ਰਹੇ ਆ, ਚਾਹੇ ਉਹ ਅੰਬਾਨੀਆਂ ਦੇ ਪਿੱਛੇ ਲੱਗ ਕੇ, ਚਾਹੇ ਉਹ ਹੋਰ ਕਾਰਪੋਰੇਟਾਂ ਦੇ ਸਮਝੌਤੇ ਆ, ਬਾਹਰਲੇ ਮੁਲਕਾਂ ਤੋਂ ਏਜੰਸੀਆਂ ਲਗਾਤਾਰ ਭਾਰਤ ਦੇ ਵਿੱਚ ਆ ਕੇ ਆਪਦੇ ਪ੍ਰੋਡਕਟ ਵੇਚ ਰਹੀਆਂ ਨੇ। ਡੀਮਾਰਟ ਵਰਗੀਆਂ ਕੰਪਨੀਆਂ, ਹੋਰ ਬੜੀਆਂ ਕੰਪਨੀਆਂ ਜਿਹੜੀਆਂ ਲਗਾਤਾਰ ਭਾਰਤ ਦਾ ਪੈਸਾ ਬਾਹਰਲੇ ਮੁਲਕਾਂ ਨੂੰ ਖਿੱਚ ਕੇ ਲੈ ਕੇ ਜਾ ਰਹੇ ਆ ਤੇ ਇੱਥੇ ਕੋਈ ਸਿਸਟਮ ਨਹੀਂ। ਹੌਲੀ ਕੀ ਕਰਨਾ ਹੈ, ਇਹ ਪ੍ਰਾਈਮ ਮਿਨਿਸਟਰ ਤੋਂ ਬਦਲ ਕੇ ਇਹ ਪ੍ਰੈਜ਼ੀਡੈਂਟ ਵੱਲ ਨੂੰ ਵਧ ਰਹੇ ਆ। ਇਹਨਾਂ ਨੇ ਰਾਸ਼ਟਰਪਤੀ ਇੱਕ ਬਣਾ ਲਿਆ ਕਰਨਾ ਕਿ ਸਾਰੇ ਭਾਰਤ ਤੇ ਹਕੂਮਤ ਹੈ ਜਿਹੜੀ ਉਹ ਰਾਸ਼ਟਰਪਤੀ ਦੀ ਚੱਲੂਗੀ। ਆਮ ਲੋਕਾਂ ਦੀ ਜਿਹੜੀ ਲੜਾਈ ਆ ਬਹੁਤ ਔਖੀ ਹੋ ਜੂਗੀ। ਭੁੱਖਮਰੀ ਕਾਲ ਵੱਲ ਨੂੰ ਇਹ ਮੁਲਕ ਵੱਧ ਰਿਹਾ। ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਜਿੱਥੇ ਕਿ ਕਿਸਾਨ ਮੋਰਚੇ ਨੇ ਇੱਕ ਐਲਾਨ ਕੀਤਾ ਸੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਰਸੋਈ ਦੀ ਜਿਹੜੀ ਗੈਸ ਆ ਉਹਦੀਆਂ ਵੀ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ, ਜਿਸ ਨੇ ਲੋਕਾਂ ਦੇ ਘਰਾਂ ਦਾ ਬਜਟ ਤੱਕ ਹਿਲਾ ਕੇ ਰੱਖ ਦਿੱਤਾ ਹੈ। ਉੱਥੇ ਹੀ ਅੱਜ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਤੇ 10 ਮਿੰਟ ਹਾਰਨ ਵਜਾ ਕੇ ਅੰਨੀ ਬੋਲੀ ਹੋਈ ਸਰਕਾਰ ਨੂੰ ਜਗਾਉਣ ਦਾ ਵੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਜਸ ਬਾਜਵਾ ਅੱਜ ਸਮਰਾਲਾ ਦੇ ਵਿੱਚ ਪਹੁੰਚੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅੱਜ ਦਾ ਜਿਹੜਾ ਐਲਾਨ ਸੀ ਉਹਦੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਜਸ ਬਾਜਵਾ, ਜਿਹੜਾ ਅੱਜ ਪੂਰੇ ਹਾਰਨ ਵਜਾ ਕੇ ਤੇ ਪ੍ਰਦਰਸ਼ਨ ਕੀਤਾ ਰਿਹਾ, ਇਹਦੇ ਬਾਰੇ ਕੀ ਕਹਿੰਦੇ? ਪ੍ਰਦਰਸ਼ਨ ਬੋਲੀ ਸਰਕਾਰ ਦੇ ਖਿਲਾਫ ਕੀਤਾ ਗਿਆ ਤੇ ਇਹ ਪ੍ਰੋਗਰਾਮ ਸਾਨੂੰ ਦਿੱਤਾ ਸੰਯੁਕਤ ਮੋਰਚੇ ਨੇ। ਸੰਯੁਕਤ ਮੋਰਚਾ ਜਿਹੜਾ ਪਿਛਲੇ 3-4 ਮਹੀਨਿਆਂ ਤੋਂ ਕੋਵਿਡ ਦੇ ਦਰਮਿਆਨ ਜਿਹੜੇ ਨੌਜਵਾਨੀ 'ਚ ਵੀ ਖਾਸ ਕਰਕੇ ਇਹ ਬਹੁਤ ਕੁਐਸਚਨ ਆਉਂਦਾ ਸੀਗਾ ਕਿ ਕੋਈ ਪ੍ਰੋਗਰਾਮ ਨਹੀਂ ਦਿੱਤਾ ਜਾਂਦਾ ਸਾਨੂੰ। ਹੁਣ ਸੰਯੁਕਤ ਮੋਰਚੇ ਵੱਲੋਂ ਜਿਹੜੇ ਲਗਾਤਾਰ ਪ੍ਰੋਗਰਾਮ ਆਏ ਮਹੀਨੇ 1-2 ਪ੍ਰੋਗਰਾਮ ਦਿੱਤੇ ਜਾਂਦੇ ਆ, ਚਾਹੇ ਛੋਟੇ ਦਿੱਤੇ ਜਾਂਦੇ ਆ, ਵੱਡੇ ਦਿੱਤੇ ਜਾਂਦੇ ਆ, ਤਾਂ ਲੋਕਾਂ ਦਾ ਇੱਕ ਇਕੱਠੇ ਹੋਣ ਦਾ ਜ਼ਰੀਆ ਬਣ ਜਾਂਦਾ, ਲਹਿਰ ਸਰਗਰਮ ਰਹਿੰਦੀ ਉਹਦੇ ਨਾਲ। ਸੋ ਧੰਨਵਾਦ ਕਰਦਾ ਮੈਂ ਸਮਰਾਲੇ ਦੇ ਸਾਡੇ ਕਿਸਾਨ ਭਾਈਚਾਰੇ ਦਾ, ਜਿਹੜੀਆਂ ਇੱਥੇ ਜਥੇਬੰਦੀਆਂ ਕੰਮ ਕਰਦੀਆਂ ਨੇ। ਕੋਈ ਛੋਟੀ ਤੋਂ ਛੋਟੀ ਕਾਲ, ਵੱਡੀ ਤੋਂ ਵੱਡੀ ਕਾਲ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਸਭ ਤੋਂ ਪਹਿਲ ਦੇ ਆਧਾਰ 'ਤੇ ਜਿਹੜਾ ਇਕੱਠ ਹੈ ਉਹ ਇਸ ਹਲਕੇ ਦੇ ਵਿੱਚ ਕੀਤਾ ਜਾਂਦਾ ਹੈ, ਇਸ ਏਰੀਏ ਦੇ ਵਿੱਚ ਕੀਤਾ ਜਾਂਦਾ ਹੈ। ਇਹ ਕਿਉਂਕਿ ਅੱਜ ਕਿਸਾਨੀ ਦੇ ਲਈ ਸਾਰਾ ਪੰਜਾਬ ਹੀ ਤਤਪਰ ਹੈ ਪੂਰਾ। ਇਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਸਾਡੀ ਜੰਗ ਕੇਂਦਰ ਸਰਕਾਰ ਨਾਲ ਚੱਲ ਰਹੀ ਹੈ, ਪਰ ਇੱਕ ਲਾਮਬੰਦੀ ਹੁੰਦੀ ਹੈ ਜਦੋਂ ਐਡਾ ਲੰਬਾ ਸੰਘਰਸ਼ ਚਲਾ ਜਾਵੇ ਫਿਰ ਵੀ ਸੰਘਰਸ਼ ਨੂੰ ਪਿੱਛੋਂ ਪੁਸ਼ ਕਰਨਾ, ਬਲ ਦੇਣਾ, ਉਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਉਹ ਸਾਡੀ ਆਪਣੀ ਵੀ ਜ਼ਿੰਮੇਵਾਰੀ ਹੈ, ਚਾਹੇ ਅਸੀਂ ਕਲਾਕਾਰ ਵਰਗ 'ਚ ਆ ਜਾਈਏ, ਚਾਹੇ ਅਸੀਂ ਕਿਸਾਨ ਵਰਗ 'ਚ ਆ ਜਾਈਏ, ਕਿਸੇ ਵੀ ਵਰਗ 'ਚ ਆ ਜਾਈਏ। ਕਿਉਂਕਿ ਦੇਖੋ ਅੱਜ ਕਿਸਾਨਾਂ ਨੇ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾਂ ਮਹਿੰਗਾਈ ਦਾ ਸਾਡੀਆਂ ਜ਼ਮੀਨਾਂ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਅਸੀਂ ਆਮ ਪਬਲਿਕਲੀ ਕੀਤਾ। ਫਿਰ ਪਿਛਲੇ 7 ਮਹੀਨੇ ਤੋਂ ਟੋਲ ਪਲਾਜ਼ੇ ਲਗਾਤਾਰ ਖੁੱਲ੍ਹੇ ਆ। ਸਾਡੀ ਤਾਂ ਕਦੇ ਟਾਵੀਂ ਟੱਲੀ ਟਰਾਲੀ ਲੰਘ ਜਾਂਦੀ ਹੋਣੀ ਹੈ, ਤਾਂ ਫਾੜੀ ਸੋਣੀ ਸ਼ਹਿਰ ਜਾਂਦੇ ਆ। ਫਾਇਦਾ ਕਿਹਨੂੰ ਹੈ? ਫਾਇਦਾ ਸਾਰੇ ਦੇਸ਼ ਨੂੰ ਹੈ। ਪੂਰੇ ਪੰਜਾਬ ਜਿਹੜੇ ਲੋਕ ਪਬਲਿਕ ਜਾਂਦੇ ਆ, ਇੱਕ ਵੱਡੇ ਟਰੱਕ ਦੀ ਪਰਚੀ ਹੈ ਜਿਹੜੀ 700-800 ਰੁਪਏ ਹੈ, ਤਾਂ ਉਹ ਸਿਰਫ ਕਿਸਾਨਾਂ ਕਰਕੇ ਉਸ ਚੀਜ਼ ਦਾ ਫਾਇਦਾ ਹੈ। ਸੋ ਕਿਸਾਨ ਨੇ ਜਿਹੜੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਤਾਂ ਲੜੀ ਰਹੇ ਆ, ਪਰ ਨਾਲ ਜਿਹੜੀ ਇਹ ਗੌਰਮੈਂਟ ਲਗਾਤਾਰ ਮਹਿੰਗਾਈ ਦਾ ਦੌਰ ਵਧਾਈ ਜਾ ਰਹੀ ਹੈ। ਪਿਛਲੀ ਗੌਰਮੈਂਟ 'ਚ ਤੁਸੀਂ ਲਾ ਕੇ ਚਲੋ 55 ਰੁਪਏ ਦਾ 56 ਨੂੰ ਡੀਜ਼ਲ ਛੱਡ ਕੇ ਗਏ ਸੀ ਤੇ ਉਹ ਅੱਜ 92-93 ਰੁਪਏ ਹੋ ਗਿਆ, ਪੈਟਰੋਲ 104-5 ਹੋ ਗਿਆ ਤੇ ਉਹ ਸਾਡੀਆਂ ਜੇਬਾਂ 'ਤੇ ਅਸਰ ਪੈਂਦਾ। ਫਿਰ ਅਸੀਂ ਕਹਿ ਦਿੰਦੇ ਹਾਂ ਕਿ ਪਿੰਡਾਂ ਦੇ ਲੋਕਾਂ ਅਸੀਂ ਕਿਹੜਾ ਟੈਕਸ ਭਰਦੇ ਹਾਂ, ਅਸੀਂ ਟੈਕਸ ਭਰਦੇ ਨਹੀਂ, ਗੌਰਮੈਂਟ ਤਾਂ ਵੀ ਸਾਡੇ ਤੋਂ ਟੈਕਸ ਲੈ ਜਾਂਦੀ ਹੈ ਕਿਉਂਕਿ 32 ਰੁਪਏ ਲੀਟਰ ਪੈਟਰੋਲ ਪੈਂਦਾ ਤੇ ਉਹਦੇ ਉੱਤੇ ਜਿਹੜਾ 104 ਹੈ ਉਹ ਟੈਕਸ ਹੀ ਹੈ ਸਾਰਾ। ਕਿਸੇ ਸਟੇਟ ਦਾ ਬੈਠਾ, ਕਿਸੇ ਸੈਂਟਰ ਦਾ ਟੈਕਸ ਹੈ, ਉਹ ਸਾਡੀਆਂ ਜੇਬਾਂ 'ਚੋਂ ਜਾਂਦਾ। ਸੋ ਅਸੀਂ ਸਾਰੇ ਰਲ ਕੇ ਸੰਯੁਕਤ ਮੋਰਚੇ ਦੀ ਕਾਲ ਤੇ ਆਉਣ ਵਾਲੇ ਦਿਨਾਂ 'ਚ ਵੀ ਪਹਿਰਾ ਦੇਵਾਂਗੇ, ਪਿੱਛੇ ਵੀ ਲਗਾਤਾਰ ਸੰਯੁਕਤ ਮੋਰਚੇ ਦੇ ਨਾਲ ਚੱਲਦੇ ਆਂ। ਜਿਵੇਂ ਕਿ ਲੋਕਾਂ ਦੇ ਵਿੱਚ ਚਰਚਾ ਬਣੀ ਹੋਈ ਹੈ ਵੀ ਜਿਹੜਾ ਦਿਨੋਂ ਦਿਨ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਨੇ ਮੋਦੀ ਸਰਕਾਰ ਵੱਲੋਂ, ਇਹ ਕਿਸਾਨਾਂ ਦੇ ਇਹ ਜਿਹੜਾ ਸੰਘਰਸ਼ ਉਹਨੂੰ ਢਾਲ ਲਾਉਣ ਲਈ ਕੀਤੀਆਂ ਜਾ ਰਹੀਆਂ ਨੇ ਕਿ ਵੀ ਇਹ ਜਿਹੜੀ ਇਹ ਖੇਤੀ ਕਰਦੇ ਨੇ ਉਧਰੋਂ ਲਾਈਟ ਨਹੀਂ ਛੱਡੀ ਜਾਂਦੀ। ਕੀ ਲੱਗਦਾ ਤੁਹਾਨੂੰ ਵੀ ਕਿਉਂ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਉੱਚੀਆਂ ਆਦਤਾਂ 'ਤੇ ਉਤਰ ਰਹੀਆਂ ਨੇ? ਦੇਖੋ, ਜੇ ਤਾਂ ਹੁਣ ਲੋਕਤੰਤਰ ਦਾ ਕੀ ਕਹਿੰਦਾ, ਲੋਕਤੰਤਰ ਇਹ ਕਹਿੰਦਾ ਕਿ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਲੋਕਾਂ ਅਨੁਸਾਰ ਕੰਮ ਕਰੂਗੀ। ਹੁਣ ਇਹ ਤਾਂ ਤਾਨਾਸ਼ਾਹ ਰਵੱਈਆ ਹੋ ਗਿਆ। ਇੱਥੇ ਬਾਈ ਜੀ ਉਹਨੇ ਗੱਲ ਕਰ ਰਹੇ ਸੀ ਕਿ 3 ਕਲਾਸਾਂ ਕਿਸੇ ਵੀ ਮੁਲਕ 'ਚ ਹੁੰਦੀਆਂ ਨੇ, ਥੱਲੇ ਵਾਲਾ ਤਬਕਾ ਹੁੰਦਾ, ਵਿਚਾਲੇ ਵਾਲਾ ਹੁੰਦਾ ਤੇ ਉੱਤੇ ਵਾਲਾ ਹੁੰਦਾ। ਹੁਣ ਜਿਹੜੀ ਰਾਜਨੀਤੀ ਹੁੰਦੀ ਹੈ
ਜਿਹੜੀ ਵੋਟ ਬੈਂਕ ਹੁੰਦਾ ਹੈ ਉਹ ਬਿਲਕੁਲ ਥੱਲੇ ਵਾਲੇ ਤਬਕੇ ਤੇ ਹੁੰਦਾ, ਜਦੋਂ ਸਿਰਫ ਲੜਾਈ ਰੋਟੀ ਦੀ ਰਹਿ ਜਾਵੇ ਕਿ ਹੋਰ ਸਾਨੂੰ ਪੈਟਰੋਲ ਗੱਡੀ 'ਚ ਪਵੇ ਨਾ ਪਵੇ, ਗੱਡੀ ਉਹ ਪਹਿਲਾਂ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵੀ ਰੋਟੀ ਮਿਲਦੀ ਰਵੇ। ਉਹ ਕੀ ਕਰਦੇ ਆ, ਕਦੇ ਸਿਲੰਡਰ ਫਰੀ, ਕਦੇ ਆਟਾ ਦਾਲ ਫਰੀ, ਕਦੇ ਚੌਲ ਫਰੀ, ਕਦੇ ਚਾਹ ਪੱਤੀ। ਮਤਲਬ ਇਹ ਜਿਹੜਾ ਫਰੀ ਵਾਲਾ ਪੈਟਰਨ ਗੌਰਮੈਂਟ ਨੇ ਭਿਖਾਰੀਆਂ ਦੇ ਤੌਰ ਤੇ ਲੋਕਾਂ ਨੂੰ ਦੇਣ ਦਾ ਸ਼ੁਰੂ ਕੀਤਾ, ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ। ਉਹ ਤਬਕਾ ਜਿਹੜਾ ਹੁਣ ਸੱਤਾ ਦੇ ਵਿੱਚ ਹੈ, ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਹੈ, ਉਹਦਾ ਇੱਕ ਸਿੱਧਾ ਪੈਟਰਨ ਹੈ ਕਿ ਜਿੰਨੇ ਲੋਕ ਗਰੀਬੀ ਰੇਖਾ ਤੋਂ ਥੱਲੇ ਹੋਣਗੇ ਉਨੀ ਸਾਡੀ ਜਿਹੜੀ ਵੋਟ ਬੈਂਕ ਹੈ ਉਹ ਵੱਧ ਸਕੂਗੀ। ਕਿਉਂਕਿ ਜਦੋਂ ਲੜਾਈ ਹੀ ਸਿਰਫ ਰੋਟੀ ਦੀ ਰਹਿ ਗਈ ਤਾਂ ਬਾਕੀ ਤਾਂ ਮਸਲੇ ਹੀ ਛੱਡ ਦਿਓ, ਅਸੀਂ ਤਾਂ ਫਿਰ ਵੀ ਚਲੋ ਆਪਣੀਆਂ ਜ਼ਮੀਨਾਂ ਕਰਕੇ ਖੜੇ ਹਾਂ, ਪਰ ਜਿਹੜਾ ਸਾਡੇ ਤੋਂ ਥੱਲੇ ਵਾਲਾ ਤਬਕਾ ਉਹ ਤਾਂ ਸਿਰਫ ਰੋਟੀ ਲਈ ਸਰਵਾਈਵ ਕਰ ਰਿਹਾ। ਸੋ ਇਹ ਲੜਾਈ ਹੈ, ਗੌਰਮੈਂਟਾਂ ਸਿਰਫ ਆਪਣੀ ਰਾਜਨੀਤੀ ਲਈ, ਵੋਟਾਂ ਲਈ ਇਹ ਪਲਾਨ ਕਰ ਰਹੀਆਂ ਨੇ। ਮਹਿੰਗਾਈ ਦਿਨੋਂ ਦਿਨ ਵਧਾ ਰਹੇ ਆ, ਚਾਹੇ ਉਹ ਅਡਾਨੀ ਅੰਬਾਨੀਆਂ ਦੇ ਪਿੱਛੇ ਲੱਗ ਕੇ, ਚਾਹੇ ਉਹ ਹੋਰ ਕਾਰਪੋਰੇਟਾਂ ਦੇ ਸਮਝੌਤੇ ਆ, ਬਾਹਰਲੇ ਮੁਲਕਾਂ ਤੋਂ ਏਜੰਸੀਆਂ ਲਗਾਤਾਰ ਭਾਰਤ ਦੇ ਵਿੱਚ ਆ ਕੇ ਆਪਦੇ ਪ੍ਰੋਡਕਟ ਵੇਚ ਰਹੀਆਂ ਨੇ, ਡੀਮਾਰਟ ਵਰਗੀਆਂ ਕੰਪਨੀਆਂ, ਹੋਰ ਬੜੀਆਂ ਕੰਪਨੀਆਂ ਜਿਹੜੀਆਂ ਲਗਾਤਾਰ ਭਾਰਤ ਦਾ ਪੈਸਾ ਬਾਹਰਲੇ ਮੁਲਕਾਂ ਨੂੰ ਖਿੱਚ ਕੇ ਲੈ ਕੇ ਜਾ ਰਹੇ ਆ। ਤੇ ਇੱਥੇ ਕੋਈ ਸਿਸਟਮ ਨਹੀਂ, ਸਾਡੇ ਕੋਲ ਕੋਈ ਢਾਂਚਾ ਨਹੀਂ। ਸਿਸਟਮ ਦੇ ਅਗੇਂਸਟ ਹੀ ਇਹ ਜਿਹੜੇ ਕਾਨੂੰਨ ਨੇ, ਇਹ ਪੂਰੇ ਭਾਰਤ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਅੱਜ ETT ਵਾਲੇ ਲਹਿਦੀ ਲੜਾਈ ਲੜ ਰਹੇ ਆ, ਅਧਿਆਪਕ ਲਹਿਦੀ ਹੈ, ਬਿਜਲੀ ਵਾਲੇ ਲਹਿਦੀ ਲੜ ਰਹੇ ਆ। ਉਹ ਮੰਚ ਤੇ ਸਾਰੇ ਇੱਕ ਆਉਣ ਤੇ ਗੌਰਮੈਂਟ ਦੇ ਖਿਲਾਫ ਪ੍ਰਦਰਸ਼ਨ ਕਰਨ। ਨਾਲੇ ਤਾਂ ਸਾਡੀਆਂ 3 ਜਿਹੜੇ ਕਾਲੇ ਕਾਨੂੰਨ ਨੇ, ਨਾਲੇ ਤਾਂ ਅਸੀਂ ਉਹਨਾਂ ਨੂੰ ਰੱਦ ਕਰਾਈਏ, ਨਾਲੇ ਜਿਹੜਾ ਸਿਸਟਮ ਖਰਾਬ ਹੋਇਆ ਉਹਦੇ ਅਗੇਂਸਟ ਗੌਰਮੈਂਟ ਤੇ ਪ੍ਰੈਸ਼ਰ ਪਾਈਏ। ਕਿਉਂਕਿ ਵੋਟਾਂ ਹੁਣ ਜਿਹੜਾ ਸਾਡਾ ਸਭ ਤੋਂ ਵੱਡਾ ਸੂਬਾ ਹੈ UP, ਵੋਟਾਂ ਨੇੜੇ ਨੇ। ਜਦੋਂ ਗੌਰਮੈਂਟ ਸਿਰਫ ਲੜਦੀ ਹੈ ਸੱਤਾ ਦੇ ਲਈ, ਕੁਰਸੀ ਦੇ ਲਈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸੱਤਾ ਸਾਡੇ ਹੱਥ 'ਚੋਂ ਜਾਣ ਵਾਲੀ ਹੈ ਤਾਂ ਉਹ ਸਾਡੀਆਂ ਜਿਹੜੀਆਂ ਮੰਗਾਂ ਨੇ ਡੈਫੀਨੇਟਲੀ ਮੰਨਣਗੇ। ਜਸਪਾਲ ਵਿੱਚ ਗੱਲ ਕੀਤੀ ਜਾਵੇ, ਜਦ ਮੋਦੀ ਸਰਕਾਰ ਆਈ ਸੀ ਉਹਨਾਂ ਦਾ ਇਹੀ ਸਲੋਗਨ ਦਿੱਤਾ ਸੀਗਾ ਕਿ ਮਹਿੰਗਾਈ ਦੀ ਮਾਰ ਅਬ ਕੀ ਵਾਰ ਮੋਦੀ ਸਰਕਾਰ ਬਣੀ ਮਹਿੰਗਾਈ ਦੇ ਮੁੱਦੇ ਤੇ। ਸਿਲੰਡਰ ਲੈ ਕੇ ਬੈਠਦੇ ਸੀਗੇ, ਜਦ ਪੈਟਰੋਲ ਦੀਆਂ ਡੀਜ਼ਲਾਂ ਦੀਆਂ ਕੀਮਤਾਂ 50 ਰੁਪਏ ਸੀ ਤਾਂ ਉੱਥੇ ਜਿਹੜੇ ਲੀਡਰ ਸੀ ਉਹਨਾਂ ਦੇ ਧਰਨੇ ਪ੍ਰਦਰਸ਼ਨ ਦਿੰਦੇ ਸੀ। ਹੁਣ ਜਿਹੜਾ ਡੀਜ਼ਲ ਪੈਟਰੋਲ ਤੇ ਸਿਲੰਡਰ ਦੀਆਂ ਕੀਮਤਾਂ ਨੇ ਦਿਨੋਂ ਦਿਨ ਦੁੱਗਣੀਆਂ ਹੋ ਰਹੀਆਂ ਨੇ, ਉਹਦੇ ਬਾਰੇ ਕੀ ਦੇ ਜੀ? ਜਿਹੜੀਆਂ ਸਿੰਧੀਆਂ ਗੌਰਮੈਂਟ ਨੇ, ਕਾਂਗਰਸ ਜਿਹੜੀ ਸਰਕਾਰ ਸੀ ਪਹਿਲਾਂ ਮਨਮੋਹਨ ਸਿੰਘ ਦੀ, ਜਿਹੜੀਆਂ ਸੰਧੀਆਂ ਉਹਨੇ ਖਿਲਾਫ ਮਤਲਬ ਨਹੀਂ ਲਾਗੂ ਕੀਤੀਆਂ ਸੀ, ਜਿਹਦੇ ਖਿਲਾਫ BJP ਪ੍ਰਦਰਸ਼ਨ ਕਰਦੀ ਸੀ ਕਿ ਇਹ ਸੰਧੀਆਂ ਇਹਨਾਂ ਨੇ ਗਲਤ ਦੇਸ਼ਾਂ ਨਾਲ ਸਾਈਨ ਕਰ ਲੀਆਂ, ਉਹ ਸਾਰੀਆਂ ਆ ਕੇ ਮੋਦੀ ਜੀ ਨੇ ਕੀਤੀਆਂ। ਫਿਰ ਵੱਡੀ ਗੱਲ ਇਹ ਆ, ਨੋਟਬੰਦੀ ਕੀਤੀ ਗਈ ਕਿਉਂਕਿ ਜ਼ਿਆਦਾ ਜਿਹੜੀ ਭਾਰਤ ਦੀ ਪੂੰਜੀ ਸੀ ਉਹ ਸਰਮਾਏਦਾਰ ਲੈ ਕੇ ਆਪਦਿਆਂ ਘਰਾਂ 'ਚ ਬਹਿ ਗਏ ਸੀ। ਨੋਟਬੰਦੀ ਉਹਦਾ ਹੱਲ ਸੀ ਕਿ ਪੈਸੇ ਕਰੰਸੀ ਖਤਮ ਕਰ ਦਿਓ। ਫਿਰ ਵੀ ਜਿਹੜੇ ਆਪਦੇ ਨੇੜੇ ਵਾਲੇ ਸੀ ਉਹਨਾਂ ਦੀ ਤਾਂ ਚੇਂਜ ਹੋ ਗਈ, ਲਾਈਨਾਂ 'ਚ ਲੱਗਣਾ ਪਿਆ, ਸਾਡੇ ਬਜ਼ੁਰਗਾਂ ਨੂੰ ਬੈਂਕਾਂ ਦੇ ਮੂਹਰੇ ਖੜਨਾ ਪਿਆ ਹਫ਼ਤਾ। ਹੁਣ ਇੱਕ ਵਾਰੀ ਤਾਂ ਨੋਟਬੰਦੀ ਕਰਤੀ, ਪੈਸੇ ਕੈਂਸਲ ਕਰਤੇ ਜਿਹਦੇ ਕੋਲ ਹੈਗੇ ਆ। ਹੁਣ ਦੂਜੀ ਵਾਰੀ ਬਿਲਕੁਲ ਤਿਆਰ ਹੈ, ਕਿਉਂਕਿ ਹੁਣ ਜਿਹੜੀ BJP ਦੀ ਗੌਰਮੈਂਟ ਦੇ ਨੇੜੇ ਤੇੜੇ ਵਾਲੇ ਸਿਸਟਮ ਦੇ ਮੋਨੋਪੋਲੀ ਦੇ ਲੋਕ ਨੇ, ਸਾਰਾ ਪੈਸਾ ਭਾਰਤ ਦਾ ਉਹਨਾਂ ਦੇ ਕੋਲ ਹੈ। ਆਮ ਆ ਜਿਹੜੇ ਅੰਕੜੇ ਦੱਸ ਰਹੇ ਸੀ ਬਾਈ ਜੀ, 2-4% ਉੱਤੇ ਥੱਲੇ ਹੋ ਸਕਦਾ, 80-82% ਪੈਸਾ ਜਿਹੜਾ ਉਹਨਾਂ ਲੋਕਾਂ ਦੇ ਕੋਲ ਹੈ, 20% ਪੈਸੇ ਨਾਲ ਭਾਰਤ ਚੱਲ ਰਿਹਾ। ਸੋ ਗੌਰਮੈਂਟ ਨੇ ਇੱਕ ਪੈਟਰਨ ਬਣਾਇਆ ਹੋਇਆ ਕਿ ਬਸ ਅਸੀਂ ਪੈਸੇ ਦੇ ਬਲ ਤੇ ਸਰਮਾਏਦਾਰ ਲੋਕਾਂ ਨੂੰ ਖੜਾ ਕਰਕੇ ਸੱਤਾ ਦੇ ਕਾਬਜ ਰਹਿਣਾ। ਹੌਲੀ ਕੀ ਹੋ ਜਾਣਾ ਕਿ ਡੈਮੋਕ੍ਰੇਸੀ ਦੀ ਖੂਬਸੂਰਤੀ ਹੁੰਦੀ ਹੈ ਕਿ ਵੋਟਾਂ ਪੈਂਦੀਆਂ ਨੇ, ਹੌਲੀ ਮੈਨੂੰ ਲੱਗਦਾ ਕਿ ਜੇ ਗਾਂਹ ਦੀ ਵਾਰ ਨੂੰ ਇਹ ਸਰਕਾਰ ਸੱਤਾ ਦੇ ਵਿੱਚ ਆ ਗਈ, ਇਹਨਾਂ ਨੇ ਵੋਟਾਂ ਵਾਲਾ ਮੁੱਖ ਮੰਤਰੀ ਵਾਲਾ, ਜਿਵੇਂ ਸੂਬੇ ਦੇ ਅਧਿਕਾਰ ਨੇ, ਖੇਤੀਬਾੜੀ ਸਾਡੇ ਸੂਬੇ ਦਾ ਅਧਿਕਾਰ ਹੈ, ਖੋਹ ਕੇ ਲੈ ਜਾਂਦੇ ਆ। ਜਿੱਥੇ ਵੀ BJP ਦੀ ਐਂਟੀ ਗੌਰਮੈਂਟ ਹੈ ਉਹਦੇ ਸਿਰ ਤੇ ਗਵਰਨਰ ਬਿਠਾ ਦਿੰਦੇ ਆ, ਮੁੱਖ ਮੰਤਰੀ ਨੂੰ ਜ਼ੀਰੋ ਕਰ ਦਿੰਦੇ ਆ। ਹੌਲੀ ਕੀ ਕਰਨਾ, ਇਹ ਪ੍ਰਾਈਮ ਮਿਨਿਸਟਰ ਤੋਂ ਬਦਲ ਕੇ ਇਹ ਪ੍ਰੈਜ਼ੀਡੈਂਟ ਵੱਲ ਨੂੰ ਵਧ ਰਹੇ ਆ। ਇਹਨਾਂ ਨੇ ਰਾਸ਼ਟਰਪਤੀ ਇੱਕ ਬਣਾ ਲਿਆ ਕਰਨਾ ਕਿ ਸਾਰੇ ਭਾਰਤ ਤੇ ਹਕੂਮਤ ਹੈ ਜਿਹੜੀ ਉਹ ਰਾਸ਼ਟਰਪਤੀ ਦੀ ਚੱਲੂਗੀ। ਡਾਇਰੈਕਟ ਤੌਰ ਤੇ ਜੇ ਮੈਂ ਕਹਾਂ ਤਾਨਾਸ਼ਾਹੀ ਵੱਲ ਨੂੰ ਇਹ ਸਰਕਾਰ ਵਧ ਰਹੀ ਹੈ। ਪਰ ਲੋਕਤੰਤਰ 'ਚ ਫਿਰ ਵੀ ਸਾਡੇ ਜਿਹੜੇ ਪੰਜਾਬੀ ਭਾਈਚਾਰਾ ਹੈ, ਕੋਈ ਵੀ ਮੂਵਮੈਂਟ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਜਦੋਂ ਵੀ ਉੱਠੀ ਹੈ ਉਹ ਪੰਜਾਬ ਦੀ ਧਰਤੀ ਤੋਂ ਉੱਠੀ ਹੈ, ਚਾਹੇ ਕਿੱਡੀਆਂ ਵੱਡੀਆਂ ਮੂਵਮੈਂਟਾਂ ਹੋਣ। ਅਸੀਂ ਇਹ ਪਹਿਲ ਕੀਤੀ ਹੈ 3 ਕਾਲੇ ਕਾਨੂੰਨਾਂ ਦੇ ਖਿਲਾਫ, ਲੋਕਾਂ ਨੂੰ ਵੀ ਅਵੇਅਰ ਕੀਤਾ ਹੈ। ਅੱਜ ਗੌਰਮੈਂਟ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਪੈਰਾਂ ਭਾਨੇ ਆਈ ਬੈਠੀ ਹੈ, ਉਹਨੂੰ ਆਪਣੀ ਜਾਨ ਛਡਾਉਣੀ ਔਖੀ। ਪਿੰਡਾਂ ਦੇ ਵਿੱਚ ਲੀਡਰਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਚਾਹੇ BJP ਦੇ ਨੇ, ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ। ਸੋ ਸਾਡਾ ਕੰਮ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰੀਏ, ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਜੇ ਆਪਾਂ ਅੱਜ ਵੀ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲੇ, ਚਲੋ ਖੁਦਾ ਨਾ ਖਾਸਤਾ ਜੇ ਬਿੱਲ ਲਾਗੂ ਹੋ ਵੀ ਜਾਂਦੇ ਤਾਂ ਸਾਡੇ ਤਾਂ ਐਡੇ ਵਿਹੜੇ ਆ ਕਿ ਅਸੀਂ ਤਾਂ ਉੱਥੇ ਵੀ ਆਪਦਾ ਦਾਲ ਪਾਣੀ ਬੀਜ ਕੇ ਖਾ ਲਾਂਗੇ। ਪਰ ਆਮ ਲੋਕਾਂ ਦੀ ਜਿਹੜੀ ਲੜਾਈ ਆ ਬਹੁਤ ਔਖੀ ਹੋ ਜੂਗੀ। ਭੁੱਖਮਰੀ ਕਾਲ ਵੱਲ ਨੂੰ ਇਹ ਮੁਲਕ ਵੱਧ ਰਿਹਾ। ਸੋ ਸਾਰਿਆਂ ਨੂੰ ਕਿਸਾਨ ਭਾਈਚਾਰੇ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਆਪਾਂ ਲੜ ਕੇ ਇਹ ਜੰਗ ਜਾਰੀ ਰੱਖੀਏ। ਜਿਵੇਂ ਨਵਜੋਤ ਸਿੰਘ ਸਿੱਧੂ ਰੋਜ਼ ਇਲੈਕਟ੍ਰਿਸਿਟੀ ਤੇ ਟਵੀਟ ਕਰ ਰਹੇ ਨੇ ਵੀ ਰੇਟ ਵੱਧ ਨੇ, ਇਹਨੂੰ ਘਟਾਉਣਾ ਚਾਹੀਦਾ, ਉਹਨਾਂ ਨੇ ਆਪ ਇਹ ਮਹਿਕਮੇ ਨੂੰ ਨਹੀਂ ਸਾਂਭਿਆ, ਤੇ ਇਹਨਾਂ ਦੀ ਜਿਹੜੀ ਆਪਸੀ ਖਾਨਾ ਜੰਗੀ ਵੀ ਆਪਸ 'ਚ ਚੱਲਦੀ ਪਈ ਆ। ਕੀ ਤੁਹਾਨੂੰ ਲੱਗਦਾ ਇਹ ਡਰਾਮੇਬਾਜ਼ੀ ਹੋ ਰਹੀ ਹੈ ਜਾਂ ਫਿਰ ਲੋਕਾਂ ਨੂੰ ਬਸ ਆਪਣੇ ਉਲਝਾਉਣ ਦੇ ਵਿੱਚ ਲੱਗੇ ਨੇ? ਨਹੀਂ, ਪੰਜਾਬ ਦਾ ਤਾਂ ਦੱਸੋ ਨਾ ਇਹਦੇ ਨਾਲ ਕੀ ਫਾਇਦਾ ਸਾਨੂੰ? ਤਾਂ ਸਾਡੇ ਤਾਂ ਉਹ ਬਜ਼ੁਰਗਾਂ ਵਾਲਾ ਵੇਲਾ ਚਿੱਤੇ ਆ ਗਿਆ ਕਿ ਜਦੋਂ 3 ਘੰਟੇ ਸ਼ਾਮ ਨੂੰ ਦੁਪਹਿਰੇ ਲਾਈਟ ਭੱਜਦੀ ਹੁੰਦੀ ਸੀ, ਮੋਟਰ ਤੇ ਮੰਜਾ ਲੈ ਜਾਣਾ, ਨਾਲੇ ਜਾਮਣਾ ਤੋੜ ਦੇਣੀਆਂ, ਨਾਲੇ ਉੱਥੋਂ 3:30-4 ਵਜੇ ਨੂੰ ਘਰੇ ਚਾਹ ਬਣਦੀ ਜਦ ਨੂੰ ਆ ਜਾਣਾ। ਉਹੀ ਮਾਹੌਲ ਸੇਮ ਚੱਲ ਪਿਆ।
ਪਰ ਇਹਦੇ ਨਾਲ ਮੈਂ ਹੁਣ ਵੀ ਇਹੀ ਗੱਲ ਕਹਿ ਕੇ ਹਟਿਆ ਕਿ ਉਹਨਾਂ ਬਜ਼ੁਰਗਾਂ ਬਾਰੇ ਸੋਚੋ ਜਿਹੜੇ ਸਾਡੇ ਉੱਥੇ ਲਗਾਤਾਰ ਉਹਨਾਂ ਨੇ ਇੰਨੀ ਤਪਦੀ ਤਿੱਖੜ ਦੁਪਹਿਰ 'ਚ ਵੀ ਬੈਠੇ ਆ। ਰਹਿ ਗਈ ਗੱਲ ਆਪਸੀ ਇਹਨਾਂ ਦੀ ਖਾਨਾ ਜੰਗੀ ਲੜਾਈ ਦੀ, ਇਹ ਤਾਂ ਜੀ ਸਿਰਫ ਵੋਟਾਂ ਦਾ ਲੈਣ ਦਾ ਇੱਕ ਪ੍ਰੋਪੋਗੰਡਾ ਆਪਸ 'ਚ ਚੱਲ ਰਿਹਾ, ਲੜ ਰਹੇ ਆ, ਪਤਾ ਨਹੀਂ ਕੀ ਕਰ ਰਹੇ ਆ। ਪਰ ਸਾਨੂੰ ਇੰਨਾ ਪਤਾ ਕਿ ਸਾਡਾ ਇਹਦੇ 'ਚ ਕੋਈ ਫਾਇਦਾ ਨਹੀਂ, ਸਾਡਾ ਨੁਕਸਾਨ ਹੀ ਹੈ। ਲੜਦੇ ਆ, ਕੀ ਕਰਦੇ ਆ, ਕੋਈ ਦਿੱਲੀ ਜਾਂਦਾ, ਕੋਈ ਇੱਥੇ ਲੜਦਾ ਹੈ, ਸਾਨੂੰ ਨਹੀਂ ਪਤਾ, ਪਰ ਸਾਡੇ ਹਿੱਤ 'ਚ ਕੁਝ ਵੀ ਨਹੀਂ ਹੈਗਾ। ਸੋ ਤਾਂ ਕਰਕੇ ਸਾਨੂੰ ਸੰਯੁਕਤ ਮੋਰਚੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਹਨਾਂ ਦਾ ਵਿਰੋਧ ਕਰਨਾ, ਪਿੰਡਾਂ 'ਚ ਨਹੀਂ ਵੜਨ ਦੇਣਾ। ਜਦੋਂ ਹੁਣ ਵੋਟਾਂ ਆਉਣਗੀਆਂ ਅਸੀਂ ਇਹਨਾਂ ਨੂੰ ਬਿਠਾ ਕੇ ਸਵਾਲ ਵੀ ਪੁੱਛਾਂਗੇ ਤੇ ਇਹਨਾਂ ਨੂੰ ਇਹ ਵੀ ਪੁੱਛਾਂਗੇ ਜਿਹੜੇ ਤੁਸੀਂ ਪਿਛਲੇ ਵਾਅਦੇ ਕੀਤੇ ਆ ਉਹ ਕਿਉਂ ਨਹੀਂ ਪੂਰੇ ਕੀਤੇ, ਅਸੀਂ ਅਗਲੀ ਵਾਰ ਨੂੰ ਤੁਹਾਨੂੰ ਵੋਟਾਂ ਕਿਉਂ ਪਾਈਏ। ਇਸ ਵਾਰ ਲੋਕ ਨੇ ਜਿਹੜਾ ਮੂੰਹ ਤੋੜ ਜਵਾਬ ਇਹਨਾਂ ਨੇਤਾਵਾਂ ਨੂੰ, ਜਿੰਨੇ ਵੀ ਇਹ ਪਾਰਟੀਆਂ ਵਾਲੇ ਆ, ਸਭ ਨੂੰ ਜਵਾਬ ਦੇਣਗੇ ਲੋਕ। ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਇੱਕ ਆਗੂ ਚੜੋਨੀ ਕਹਿ ਰਹੇ ਨੇ ਵੀ ਜਿਹੜਾ ਆਪਾਂ ਨੂੰ ਇਲੈਕਸ਼ਨਾਂ ਲੜਨੀ ਚਾਹੀਦੀਆਂ ਨੇ, ਉਹਨਾਂ ਨੇ ਬਿਆਨ ਵੀ ਪਿਛਲੇ ਦਿਨ ਹੀ ਦਿੱਤਾ ਸੀ ਜਿੱਥੇ ਸੰਯੁਕਤ ਮੋਰਚੇ ਨੇ ਕਿਹਾ ਵੀ ਇਹ ਸਾਡਾ ਕੋਈ ਲੈਣਾ ਦੇਣਾ ਨਹੀਂ, ਇਹ ਗਲਤ ਬਿਆਨਬਾਜ਼ੀ ਕਰਦੇ। ਤੁਸੀਂ ਕੀ ਦੇਖਦੇ ਹੋ ਜੀ? ਉਹ ਉਹਨਾਂ ਦਾ ਆਪਸੀ ਫੈਸਲਾ ਹੈ। ਸਾਰੇ ਸੰਯੁਕਤ ਮੋਰਚੇ 'ਚ ਇਕੱਠੇ ਹੋ ਕੇ ਕੰਮ ਕਰਦੇ ਆ। ਇੱਕ ਦੋ ਦਿਨਾਂ 'ਚ ਆਉਣ ਵਾਲੇ ਸਮੇਂ 'ਚ ਉਹ ਬਹਿ ਕੇ ਆਪਣਾ ਡਿਸਕਸ ਕਰ ਲੈਣਗੇ ਕਿ ਕੀ ਕਰਨਾ ਕੀ ਨਹੀਂ ਕਰਨਾ। ਜੇ ਸੰਯੁਕਤ ਮੋਰਚੇ ਨੇ ਕਿਹਾ ਕਿ ਸਾਡਾ ਇਹਦੇ ਨਾਲ ਕੋਈ ਸਮਝੌਤਾ ਨਹੀਂ ਤਾਂ ਅਸੀਂ ਸੰਯੁਕਤ ਮੋਰਚੇ ਦੇ ਨਾਲ ਹੈ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। 2022 ਦੀਆਂ ਚੋਣਾਂ ਆ ਰਹੀਆਂ ਨੇ ਅੱਗੇ, ਤੇ ਉਹਦੇ ਲਈ ਜਿਹੜੀ ਸੰਯੁਕਤ ਮੋਰਚੇ ਦੀ ਕਿਵੇਂ ਦੀ ਭੂਮਿਕਾ ਰਹੂਗੀ ਜਿਹੜੀ ਇੱਥੇ ਸਰਕਾਰਾਂ ਬਣਾਉਣ ਦੇ ਲਈ? ਉਹ ਸੰਯੁਕਤ ਮੋਰਚਾ ਦੱਸੂਗਾ ਜੀ, ਕਿਉਂਕਿ ਅਸੀਂ ਤਾਂ ਇੱਕ ਆਮ ਵਰਕਰ ਹਾਂ ਸੰਯੁਕਤ ਮੋਰਚੇ ਦੇ। ਸਾਡਾ ਤਾਂ ਕੰਮ ਇਹ ਹੈ ਕਿ ਅਸੀਂ ਪਿੰਡਾਂ 'ਚੋਂ ਨੌਜਵਾਨੀ ਨੂੰ ਰੀਪ੍ਰੈਜ਼ੈਂਟ ਕਰਦੇ ਹਾਂ ਕਿ ਨੌਜਵਾਨੀ ਨੂੰ ਵੱਧ ਤੋਂ ਵੱਧ ਲਾਮਬੰਦ ਕਰੀਏ ਕਿ ਸੰਯੁਕਤ ਮੋਰਚੇ ਦਾ ਆਹ ਪ੍ਰੋਗਰਾਮ ਹੈ ਭਾਈ, ਆਪਾਂ ਇਹਦੇ ਨਾਲ ਚੱਲਣਾ। ਸੋ ਸਾਡਾ ਸਿਰਫ ਉੱਥੇ ਤੱਕ ਹੀ ਅਸੀਂ ਸੀਮਤ ਹਾਂ। ਇਹ ਵੱਡੇ ਫੈਸਲੇ ਆ ਜਿਹੜੇ ਉਹ ਸਾਡੇ ਬਜ਼ੁਰਗ ਨੇ, ਉਹਨਾਂ ਕੋਲ ਤਜਰਬਾ ਬਹੁਤ ਆ, ਉਹਨਾਂ ਨੇ ਲੈਣੇ ਆ। ਉਹਦੇ 'ਚ ਸਾਡੀ ਅੱਜ ਮੈਂ ਕੋਈ ਬਿਆਨ ਦੇ ਦੇਵਾਂ ਕਿ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ, ਉਹ ਵਿਅਕਤੀਗਤ ਹੋ ਜਾਊਗਾ, ਉਹ ਉਹਨਾਂ ਦਾ ਫੈਸਲਾ, ਉਹ ਆਪਣੇ ਆਪ ਲੈਣਗੇ ਜੀ। ਅਸੀਂ ਇੱਥੇ ਗੱਲਬਾਤ ਕੀਤੀ ਜਸ ਬਾਜਵਾ ਨਾਲ, ਜਿਨ੍ਹਾਂ ਨੇ ਇਹ ਕਿਹਾ ਕਿ ਜਿਹੜੀਆਂ ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਸੱਦੇ ਤੇ ਅਸੀਂ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ, ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਜਿਹੜੀਆਂ ਦਿਨੋਂ ਦਿਨ ਵਧਾ ਰਹੀਆਂ ਕੀਮਤਾਂ, ਪੈਟਰੋਲ ਕੀਮਤਾਂ ਜਾਂ ਡੀਜ਼ਲ ਦੀਆਂ, ਇਹਨਾਂ ਤੇ ਕੰਟਰੋਲ ਕਰਨਾ ਚਾਹੀਦਾ ਤਾਂ ਜੋ ਲੋਕਾਂ ਦਾ ਬਚਾਅ ਹੋ ਸਕੇ। ਸਮਰਾਲਾ ਤੋਂ ਵਿਪਨ ਭਾਰਦਵਾਜ, ਜਗਵੰਤ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।